हाँ जी स्टूडेंट्स वेलकम करते हैं तुहाडा टूर स्टडी क्लास यूट्यूब चैनल के इस वीडियो के स्टूडेंट्स आप BA ਸਮੈਸਟਰ 3 ਦੇ ਲਈ BA ਸਮੈਸਟਰ 3 ਪੋਲੀਟੀਕਲ ਸਾਇੰਸ ਦਾ ਜਿਹੜਾ ਕਿ ਆਪਣਾ ਟੌਪਿਕ ਹੈਗਾ ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਰਾਸ਼ਟਰਪਤੀ ਦੀ ਸਥਿਤੀ ਇਹ ਆਪਣਾ ਟੌਪਿਕ ਕਰਾਂਗੇ ਤੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਮੁੱਖ ਮੰਤਰੀ ਦੀ ਨਿਯੁਕਤੀ ਤੇ ਉਹਦੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੇ ਉਹਦੀਆਂ ਸ਼ਕਤੀਆਂ ਤੇ ਜਿਹੜੇ ਕਿ ਕੇਂਦਰ ਤੇ ਰਾਜਾਂ ਵਿਚਕਾਰ ਸੰਬੰਧ ਇਹ ਆਪਾਂ ਨੇ ਕੁਐਸਚਨਸ ਕਰ ਚੁੱਕੇ ਹਾਂ ਤੁਸੀਂ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਚੈਨਲ ਤੇ ਅਪਲੋਡ ਹੋਈਆਂ ਨੇ ਹਾਂਜੀ ਹੁਣ ਆਪਾਂ ਕਰਾਂਗੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਕੁਐਸਚਨ ਤੁਹਾਨੂੰ ਆ ਸਕਦਾ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਸਥਿਤੀ ਲਿਖੋ ਭਾਰਤ ਦਾ ਰਾਸ਼ਟਰਪਤੀ ਰਬੜ ਦੀ ਮੋਹਰ ਨਹੀਂ ਹੈਗੀ ਇਹਦਾ ਕਥਨ ਦੀ ਜਾਂਚ ਕਰੋ ਇਹਦੀਆਂ ਸ਼ਕਤੀਆਂ ਸਥਿਤੀ ਤੇ ਭੂਮਿਕਾ ਪਹਿਲਾਂ ਇੰਟਰੋਡਕਸ਼ਨ ਠੀਕ ਹੈ ਇੰਟਰੋਡਕਸ਼ਨ ਦੇ ਵਿੱਚ ਤੇ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ਤੇ ਸੰਘ ਦੀਆਂ ਸਾਰੀਆਂ ਜਿਹੜੀ ਕਿ ਕਾਰਜਕਾਲ ਸ਼ਕਤੀਆਂ ਸੰਵਿਧਾਨ ਦੀ ਧਾਰਾ 59 ਦੇ ਅਨੁਸਾਰ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਨੇ ਤੇ ਜਿਨ੍ਹਾਂ ਦਾ ਪ੍ਰਯੋਗ ਉਹ ਖੁਦ ਜਾਂ ਆਪਣੇ ਅਧੀਨ ਅਧਿਕਾਰੀਆਂ ਦੀ ਸਹਾਇਤਾ ਨਾਲ ਕਰ ਸਕਦਾ ਅਸਲ ਦੇ ਵਿੱਚ ਸੰਸਦੀ ਸ਼ਾਸਨ ਵਿਵਸਥਾ ਹੋਣ ਕਰਕੇ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਅਨੁਸਾਰ ਨਾ ਕਰਕੇ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ ਸੰਵਿਧਾਨ ਦੀ ਧਾਰਾ 74(1) ਦੇ ਅਧੀਨ ਰਾਸ਼ਟਰਪਤੀ ਨੂੰ ਸਲਾਹ ਮਸ਼ਵਰਾ ਦੇਣ ਵਾਸਤੇ ਇੱਕ ਮੰਤਰੀ ਮੰਡਲ ਦੇ ਬਣਾਏ ਜਾਣ ਦੀ ਵਿਵਸਥਾ ਕੀਤੀ ਗਈ ਜਿਸ ਦਾ ਮੁਖੀਆ ਕੌਣ ਹੁੰਦਾ ਪ੍ਰਧਾਨ ਮੰਤਰੀ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦੀ ਸਲਾਹ ਮੰਨਣ ਦੇ ਲਈ ਮਜਬੂਰ ਕੀਤਾ ਗਿਆ ਠੀਕ ਹੈ ਤੇ 44 ਅਮੈਂਡਮੈਂਟ ਦੇ ਅਧੀਨ ਇਹ ਵਿਵਸਥਾ ਵੀ ਕੀਤੀ ਗਈ ਕਿ ਰਾਸ਼ਟਰਪਤੀ ਮੰਤਰੀ ਮੰਡਲ ਦੁਆਰਾ ਦਿੱਤੀ ਗਈ ਸਲਾਹ ਤੇ ਮੰਤਰੀ ਮੰਡਲ ਨੂੰ ਦੁਬਾਰਾ ਵਿਚਾਰ ਕਰਨ ਦੇ ਲਈ ਕਹਿ ਸਕਦਾ ਪਰੰਤੂ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦੇ ਦੁਆਰਾ ਦਿੱਤੀ ਸਲਾਹ ਦੇ ਅਨੁਸਾਰ ਹੀ ਕੰਮ ਕਰਨਾ ਹੋਊਗਾ ਸੋ ਇਹਦਾ ਜਸਟ ਇੰਟਰੋਡਕਸ਼ਨ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੀਆਂ ਸ਼ਕਤੀਆਂ ਦਾ ਕੰਮ ਪੜ੍ਹਦੇ ਹਾਂ ਹਾਂਜੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਤੇ ਇੱਕ ਤਾਂ ਹੈਗੀਆਂ ਨੇ ਸ਼ਾਂਤੀਕਾਲੀਨ ਜਿਹਦੇ ਵਿੱਚ ਜਿਹੜੇ ਕਿ ਸ਼ਕਤੀਆਂ ਹੋ ਜਾਣਗੀਆਂ ਵਿਧਾਨਿਕ ਠੀਕ ਹੈ ਤੇ ਨਿਆਇਕ ਵਿੱਤੀ ਕਾਰਜਪਾਲਿਕਾ ਸ਼ਕਤੀਆਂ ਹੋ ਜਾਣਗੀਆਂ ਤੇ ਇੱਕ ਹੋਣਗੀਆਂ ਸੰਕਟਕਾਲੀਨ ਸ਼ਕਤੀਆਂ ਠੀਕ ਹੈ ਜਿਹੜੇ ਤਿੰਨ ਨੇ ਤੇ ਸੰਕਟਕਾਲੀਨ ਸ਼ਕਤੀਆਂ ਵਾਲਾ ਅਲੱਗ ਤੋਂ ਕੁਐਸਚਨ ਵੀ ਆ ਸਕਦਾ ਆਪਾਂ ਕਰਾਂਗੇ ਓਕੇ ਹੁਣ ਆਪਾਂ ਪੜ੍ਹਦੇ ਹਾਂ ਇਹਦੀਆਂ ਕਾਰਜਕਾਰੀ ਸ਼ਕਤੀਆਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਾਰਜਪਾਲਿਕਾ ਸ਼ਕਤੀਆਂ ਹਾਂਜੀ ਇਹਦੇ ਵਿੱਚੋਂ ਰਾਸ਼ਟਰਪਤੀ ਸੰਘ ਦੀ ਮੁੱਖ ਕਾਰਜਪਾਲਿਕਾ ਪਰੰਤੂ ਇਹ ਨਾ ਮਾਤਰ ਕਾਰਜਪਾਲਿਕਾ ਅਸਲ ਦੇ ਵਿੱਚ ਅਸਲੀ ਕਾਰਜਪਾਲਿਕਾ ਮੰਤਰੀ ਮੰਡਲ ਆ ਬਟ ਸੌਂਪੀਆਂ ਗਈਆਂ ਪਾਵਰਸ ਇਹਨੂੰ ਹੈਗੀਆਂ ਉਹ ਕਿਹੜੀਆਂ ਆਪਾਂ ਦੇਖਦੇ ਹਾਂ ਨਿਯੁਕਤੀਆਂ ਦੇਸ਼ ਦੀ ਮੁੱਖ ਕਾਰਜਪਾਲਿਕਾ ਹੋਣ ਦੇ ਨਾਤੇ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਵੱਖ-ਵੱਖ ਅਨੁਛੇਦਾਂ ਰਾਹੀਂ ਕਈ ਨਿਯੁਕਤੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਜਿਵੇਂ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਸੰਘ ਦੇ ਦੂਸਰੇ ਮੰਤਰੀ ਅਟਾਰਨੀ ਜਨਰਲ ਕੰਟਰੋਲਰ ਐਡੀਟਰ ਜਨਰਲ ਸਰਵਉੱਚ ਅਦਾਲਤ ਤੇ ਉੱਚ ਅਦਾਲਤਾਂ ਦੇ ਜੱਜ ਰਾਜਪਾਲ ਚੋਣ ਕਮਿਸ਼ਨਰ ਵਿਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਰਾਜਦੂਤ ਇਹਨਾਂ ਸਾਰਿਆਂ ਦੀ ਨਿਯੁਕਤੀ ਜਿਹੜੀ ਕਿ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਕਈ ਆਯੋਗ ਦੇ ਮੈਂਬਰ ਤੇ ਅਧਿਕਸ਼ ਵੀ ਨਿਯੁਕਤ ਕਰਨ ਦਾ ਅਧਿਕਾਰ ਆ ਹਾਂਜੀ ਇਹਦੇ ਵਿੱਚ ਹੈਗੇ ਨੇ ਜਿਹੜੇ ਆਯੋਗ ਕਮਿਸ਼ਨਸ ਤੇ ਅਧਿਕਸ਼ ਨਿਯੁਕਤ ਕਰਨ ਦਾ ਅਧਿਕਾਰ ਆ ਅੰਤਰਰਾਜ ਪ੍ਰੀਸ਼ਦ ਸੰਘੀ ਲੋਕ ਸੇਵਾ ਆਯੋਗ ਸਾਂਝਾ ਪ੍ਰਾਂਤਿਕ ਲੋਕ ਸੇਵਾ ਆਯੋਗ ਵਿੱਤ ਆਯੋਗ ਚੋਣ ਆਯੋਗ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਆਯੋਗ ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਆਯੋਗ ਭਾਸ਼ਾ ਆਯੋਗ ਮਨੁੱਖੀ ਸ਼ਕਤੀਆਂ ਲਈ ਰਾਸ਼ਟਰੀ ਆਯੋਗ ਅੱਗੇ ਹੈਗੇ ਨੇ ਇਹਦੇ ਵਿੱਚ ਸੈਨਿਕ ਸ਼ਕਤੀਆਂ ਹਾਂਜੀ ਮਿਲਟਰੀ ਪਾਵਰਸ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੁੰਦਾ ਤੇ ਉਹ ਹਥਿਆਰਬੰਦ ਸੈਨਾਵਾਂ ਨੂੰ ਕਾਨੂੰਨ ਅਨੁਸਾਰ ਕੋਈ ਵੀ ਦੇਸ਼ ਦੇ ਸਕਦਾ ਤੇ ਉਹ ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ ਯੁੱਧ ਦੀ ਘੋਸ਼ਣਾ ਜਾਂ ਹਥਿਆਰਬੰਦ ਸੈਨਾਵਾਂ ਦੀ ਵਰਤੋਂ ਨਹੀਂ ਕਰ ਸਕਦਾ ਅੱਗੇ ਹੈਗਾ ਕੂਟਨੀਤਿਕ ਸ਼ਕਤੀਆਂ ਹਾਂਜੀ ਵਿਦੇਸ਼ੀ ਮਾਮਲਿਆਂ ਵਿੱਚ ਵੀ ਰਾਸ਼ਟਰਪਤੀ ਨੂੰ ਮਹੱਤਵਪੂਰਨ ਅਧਿਕਾਰ ਨੇ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਉਹ ਭਾਰਤ ਦੀ ਪ੍ਰਤੀਨਿਧਤਾ ਕਰਦਾ ਵਿਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਰਾਜਦੂਤ ਉਹਦੇ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਰਾਜਦੂਤਾਂ ਨੂੰ ਰਾਸ਼ਟਰਪਤੀ ਹੀ ਸਵੀਕਾਰ ਕਰਦਾ ਵਿਦੇਸ਼ਾਂ ਨਾਲ ਕੀਤੀਆਂ ਸੰਧੀਆਂ ਸਮਝੌਤੇ ਰਾਸ਼ਟਰਪਤੀ ਦੇ ਨਾਂ ਤੇ ਦਿੱਤੇ ਜਾਂਦੇ ਨੇ ਅੱਗੇ ਹੈਗਾ 4th ਰਾਜ ਸਰਕਾਰਾਂ ਨੂੰ ਨਿਰਦੇਸ਼ ਦੇਣ ਦੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਆਪਸੀ ਸੰਬੰਧਾਂ ਬਾਰੇ ਕੁਝ ਨਿਰਦੇਸ਼ ਜਾਰੀ ਕਰਨ ਦਾ ਤੇ ਉਹਨਾਂ ਤੇ ਕਾਬੂ ਰੱਖਣ ਦਾ ਤੇ ਉਹਨਾਂ ਨੂੰ ਸਹਿਯੋਗ ਪੈਦਾ ਕਰਨ ਦੇ ਵੀ ਕੁਝ ਅਧਿਕਾਰ ਨੇ ਤੇ ਉਹ ਰਾਜ ਸਰਕਾਰ ਨੂੰ ਸੰਘੀ ਕਾਨੂੰਨ ਦੀ ਪਾਲਣਾ ਲਈ ਹੁਕਮ ਦੇ ਸਕਦਾ ਅੱਗੇ ਹੈਗਾ ਕੇਂਦਰੀ ਪ੍ਰਦੇਸ਼ਾਂ ਦਾ ਸੰਬੰਧ ਸੰਘੀ ਜਾਂ ਕੇਂਦਰੀ ਪ੍ਰਦੇਸ਼ਾਂ ਦਾ ਪ੍ਰਬੰਧ ਵੀ ਰਾਸ਼ਟਰਪਤੀ ਨਾਂ ਤੇ ਹੀ ਚਲਾਇਆ ਜਾਂਦਾ ਹਾਂਜੀ ਅੱਗੇ ਆ ਜਾਊਗਾ ਵਿਧਾਨਿਕ ਲੈਜਿਸਲੇਟਿਵ ਪਾਵਰਸ ਇਹ ਅਗਰ ਆਪਾਂ ਹੈਡਿੰਗਸ ਦੇ ਵਿੱਚ ਕਰ ਲੈਂਦੇ ਹਾਂ ਹਾਂਜੀ ਵਿਧਾਨਿਕ ਸ਼ਕਤੀਆਂ ਭਾਵੇਂ ਰਾਸ਼ਟਰਪਤੀ ਸੰਸਦ ਦਾ ਮੈਂਬਰ ਨਹੀਂ ਹੁੰਦਾ ਪਰੰਤੂ ਫਿਰ ਵੀ ਉਹਨੂੰ ਜਿਹੜੇ ਕਿ ਸੰਸਦ ਦਾ ਇੱਕ ਅਭਿੰਨ ਭਾਗ ਹੋਣ ਕਰਕੇ ਵਿਧਾਨਿਕ ਸ਼ਕਤੀਆਂ ਦਿੱਤੀਆਂ ਗਈਆਂ ਨੇ
ਅਨੁਛੇਦ 79 ਦੇ ਅਨੁਸਾਰ ਸੰਗਲਿਕ ਸੰਸਦ ਹੋਊਗੀ ਅਤੇ ਜੋ ਰਾਸ਼ਟਰਪਤੀ ਅਤੇ 2 ਸਦਨਾਂ ਰਾਜ ਸਭਾ ਅਤੇ ਲੋਕ ਸਭਾ ਦੇ ਨਾਲ ਮਿਲ ਕੇ ਕੰਮ ਕਰਦੀ ਆ, ਮਤਲਬ ਕਿ ਮਿਲ ਕੇ ਬਣੂਗੀ। ਅਤੇ ਇਸ ਤਰ੍ਹਾਂ ਇੰਗਲੈਂਡ ਦੇ ਸਮਰਾਟ ਅਤੇ ਆਇਰਲੈਂਡ ਦੇ ਰਾਸ਼ਟਰਪਤੀ ਦੀ ਤਰ੍ਹਾਂ ਹੀ ਭਾਰਤ ਦਾ ਰਾਸ਼ਟਰਪਤੀ ਸੰਸਦ ਦਾ ਇੱਕ ਅਭਿੰਨ ਅੰਗ ਹੈ। ਠੀਕ ਹੈ, ਮਤਲਬ ਕਿ ਇਹਦੇ ਦੋ ਸੰਸਦ ਕਿਵੇਂ ਬਣਦੀ ਹੈ, ਪਾਰਲੀਮੈਂਟ, ਜਿਹਦੇ ਵਿੱਚ ਰਾਸ਼ਟਰਪਤੀ ਦੇ 2 ਸਦਨ ਹੁੰਦੇ ਆ, ਰਾਜ ਸਭਾ ਅਤੇ ਲੋਕ ਸਭਾ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਸੰਸਦ ਦਾ ਮੁੱਖ ਅੰਗ ਹੈ ਜਿਹੜੇ ਕਿ ਆਪਣਾ ਰਾਸ਼ਟਰਪਤੀ। ਅਤੇ ਰਾਸ਼ਟਰਪਤੀ ਨੂੰ ਸੰਸਦ ਦਾ ਇਜਲਾਸ ਬੁਲਾਉਣ, ਉਹਨੂੰ ਸੰਬੋਧਿਤ ਕਰਨ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਸ਼ਕਤੀਆਂ ਨੇ। ਹਾਂਜੀ, ਵਿਧਾਨਿਕ ਸ਼ਕਤੀਆਂ ਹੈਗੀਆਂ ਨੇ ਰਾਸ਼ਟਰਪਤੀ ਦੀਆਂ ਸੰਸਦ ਦਾ ਇਜਲਾਸ ਬੁਲਾਉਣਾ। ਠੀਕ ਹੈ, ਅਤੇ ਸ਼ਾਸਨ ਸੰਬੰਧੀ ਸ਼ਕਤੀਆਂ ਨੇ। ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦਾ ਇਜਲਾਸ ਬੁਲਾ ਸਕਦਾ ਅਤੇ ਇਸ ਇਜਲਾਸ ਦਾ ਸਮਾਂ ਵਧਾ ਸਕਦਾ ਅਤੇ ਇਹਨੂੰ ਰੱਦ ਕਰ ਸਕਦਾ, ਅਤੇ ਰਾਸ਼ਟਰਪਤੀ ਹੀ ਇਜਲਾਸ ਦੇ ਅਸਥਾਨ ਅਤੇ ਸਮੇਂ ਨੂੰ ਨਿਯਮਿਤ ਕਰ ਸਕਦਾ ਅਤੇ ਉਹ ਜਦ ਚਾਹੇ ਬੈਠਕ ਬੁਲਾ ਸਕਦਾ। ਪਰੰਤੂ ਇਹ ਜ਼ਰੂਰੀ ਹੈ ਕਿ ਪਿਛਲੇ ਇਜਲਾਸ ਦੀ ਅੰਤਿਮ ਬੈਠਕ ਅਤੇ ਅਗਲੇ ਇਜਲਾਸ ਦੀ ਪਹਿਲੀ ਬੈਠਕ ਦੇ ਵਿੱਚ 6 ਮਹੀਨੇ ਤੋਂ ਵੱਧ ਅੰਤਰ ਨਹੀਂ ਹੋਣਾ ਚਾਹੀਦਾ। ਠੀਕ ਹੈ, ਮਤਲਬ ਕਿ 6 ਮੰਥਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿਹੜੇ ਕਿ ਇਹਦੇ ਵਿੱਚ ਡਿਫਰੈਂਸ। ਜਾਪਾਨ ਦੇ ਸੰਵਿਧਾਨ ਦੇ ਅਨੁਸਾਰ ਸੰਸਦ ਦਾ ਸਮਾਗਮ ਸਾਲ ਦੇ ਵਿੱਚੋਂ ਘੱਟੋ ਘੱਟ 1 ਵਾਰ ਹੋਣਾ ਜ਼ਰੂਰੀ ਹੈ, ਪਰ ਇਹ ਨਿਸ਼ਚਿਤ ਨਹੀਂ ਹੈਗਾ ਕਿ ਇੱਕ ਸਮਾਗਮ ਅਤੇ ਦੂਜੇ ਸਮਾਗਮ ਵਿੱਚ ਕਿੰਨਾ ਅੰਤਰ ਹੋਣਾ ਚਾਹੀਦਾ। ਠੀਕ ਹੈ, ਅਤੇ ਅਨੁਛੇਦ 108 ਦੇ ਹੇਠ ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦਾ ਇਕੱਠਾ ਇਜਲਾਸ ਬੁਲਾ ਸਕਦਾ। ਜੇ ਸੰਸਦ ਦੇ ਦੋਹਾਂ ਸਦਨਾਂ ਵਿਚਕਾਰ ਕਿਸੇ ਬਿੱਲ 'ਤੇ ਮਤਭੇਦ ਹੋ ਜਾਵੇ ਤਾਂ ਰਾਸ਼ਟਰਪਤੀ ਉਸ ਬਿੱਲ 'ਤੇ ਵਿਚਾਰ ਕਰਨ ਲਈ ਦੋਹਾਂ ਸਦਨਾਂ ਦਾ ਸਾਂਝਾ ਇਜਲਾਸ ਵੀ ਬੁਲਾ ਸਕਦਾ। ਅਤੇ ਸਾਂਝੇ ਇਜਲਾਸ ਦੀ ਕਾਰਵਾਈ ਚਲਾਉਣ ਲਈ ਰਾਸ਼ਟਰਪਤੀ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨਾਲ ਸਲਾਹ ਕਰਕੇ ਨਿਯਮਾਂ ਨੂੰ ਬਣਾ ਸਕਦਾ। ਰਾਸ਼ਟਰਪਤੀ ਦਾ ਸੰਸਦ ਦੇ ਵਿੱਚ ਭਾਸ਼ਣ। ਹਾਂਜੀ, ਅੱਗੇ ਹੈਗਾ ਰਾਸ਼ਟਰਪਤੀ ਦਾ ਸੰਸਦ ਦੇ ਵਿੱਚ ਭਾਸ਼ਣ। ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਵਿੱਚ ਵੱਖ-ਵੱਖ ਜਾਂ ਦੋਹਾਂ ਦੇ ਮਿਲੇ ਹੋਏ ਜਿਹੜਾ ਮਿਲਿਆ ਜੁਲਿਆ ਇਜਲਾਸ ਹੁੰਦਾ ਉਹਨੂੰ ਸੰਬੋਧਿਤ ਕਰ ਸਕਦਾ, ਉਹਨੂੰ ਐਡਰੈਸ ਕਰ ਸਕਦਾ। ਅਤੇ ਨਵੀਂ ਸੰਸਦ ਦਾ ਪਹਿਲਾ ਅਤੇ ਸਾਲ ਦੇ ਸ਼ੁਰੂ ਦੇ ਵਿੱਚ ਇਜਲਾਸ ਆ ਜਿਹੜੀ ਕਿ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ, ਜਿਹਦੇ ਵਿੱਚ ਰਾਸ਼ਟਰਪਤੀ ਸੰਸਦ ਨੂੰ ਉਹਨਾਂ ਉਦੇਸ਼ਾਂ ਦੀ, ਉਹਨਾਂ ਮੋਟਿਵਸ ਦੀ ਜਿਹੜੀ ਕਿ ਸੂਚਨਾ ਦਿੰਦਾ ਜਿਨ੍ਹਾਂ ਲਈ ਇਜਲਾਸ ਬੁਲਾਇਆ ਗਿਆ ਸੀ, ਵੀ ਜਿਨ੍ਹਾਂ ਲਈ ਮੀਟਿੰਗਸ ਜਿਹੜੀ ਕਿ ਬੁਲਾਈਆਂ ਗਈਆਂ ਸੀ। ਅਤੇ ਰਾਸ਼ਟਰਪਤੀ ਆਪਣੇ ਭਾਸ਼ਣ ਦੇ ਵਿੱਚ ਸਰਕਾਰ ਦੀ ਘਰੇਲੂ ਅਤੇ ਵਿਦੇਸ਼ ਨੀਤੀ ਅਤੇ ਬਕਾਇਆ ਨੀਤੀਆਂ ਉੱਤੇ ਵੀ ਚਾਨਣਾ ਪਾਉਂਦਾ। ਅੱਗੇ ਹੈਗਾ ਤਾਂ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰਦਾ। ਠੀਕ ਹੈ, ਲੋਕ ਸਭਾ ਵਿੱਚ ਐਗਲੋ ਇੰਡੀਅਨ, ਇਹ ਤਾਂ ਵੈਸੇ ਹੁਣ ਖਤਮ ਹੋ ਗਿਆ ਐਗਲੋ ਇੰਡੀਅਨ ਵਾਲਾ। ਹਾਂਜੀ, ਅੱਗੇ ਹੈਗਾ ਸੰਸਦ ਦੁਆਰਾ ਪਾਸ ਬਿੱਲਾਂ ਦੀ ਮਨਜ਼ੂਰੀ। ਦੋਹਾਂ ਸਦਨਾਂ ਤੋਂ ਪਾਸ ਹੋਣ ਮਗਰੋਂ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਂਦਾ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਕਾਨੂੰਨ ਨਹੀਂ ਬਣ ਸਕਦਾ। ਧਨ ਬਿੱਲ 'ਤੇ ਉਸਨੂੰ ਮਨਜ਼ੂਰੀ ਦੇਣੀ ਪੈਂਦੀ ਹੈ ਕਿਉਂਕਿ ਧਨ ਬਿੱਲ ਰਾਸ਼ਟਰਪਤੀ ਦੀ ਸਿਫਾਰਿਸ਼ ਤੋਂ ਹੀ ਪੇਸ਼ ਹੁੰਦੇ ਨੇ। ਅਤੇ ਸਧਾਰਨ ਬਿੱਲਾਂ ਉੱਤੇ ਇਹਨੂੰ ਨਿਖੇਧੀਕਰਨ ਵੀਟੋ ਪਾਵਰ ਦਾ ਅਧਿਕਾਰ ਆ, ਅਤੇ ਭਾਵ ਕਿ ਸਧਾਰਨ ਬਿੱਲ 'ਤੇ ਰਾਸ਼ਟਰਪਤੀ ਆਪਣੀ ਮਨਜ਼ੂਰੀ ਦੇਣ ਤੋਂ ਰਾਸ਼ਟਰਪਤੀ ਆਪਣੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ, ਮਨਜ਼ੂਰੀ ਰੋਕ ਸਕਦਾ ਅਤੇ ਬਿੱਲ ਨੂੰ ਸਦਨ ਵਿੱਚ ਵਾਪਸ ਵੀ ਭੇਜ ਸਕਦਾ। ਅਤੇ ਉਹ ਬਿੱਲ ਦੇ ਸਾਰੇ ਸੁਝਾਅ ਜਿਹੜੇ ਕਿ ਪੇਸ਼ ਕਰ ਸਕਦਾ। ਸਾਡੇ ਸੰਵਿਧਾਨ ਦੇ ਵਿੱਚ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਵੈਸੇ ਕਿ ਰਾਸ਼ਟਰਪਤੀ ਬਿੱਲ 'ਤੇ ਆਪਣੀ ਮਨਜ਼ੂਰੀ ਕਿੰਨੀ ਦੇਰ ਰੋਕ ਸਕਦਾ। ਅਤੇ ਅਮਰੀਕਾ ਦਾ ਸੰਵਿਧਾਨ ਸਪਸ਼ਟ ਹੈ, ਉੱਥੇ ਰਾਸ਼ਟਰਪਤੀ 10 ਦਿਨਾਂ ਦੇ ਅੰਦਰ ਅੰਦਰ ਬਿੱਲ ਉੱਤੇ ਆਪਣਾ ਫੈਸਲਾ ਦੇਣਾ ਪੈਂਦਾ। ਠੀਕ ਹੈ, ਬਾਕੀ ਤਾਂ ਐਗਜ਼ਾਮਪਲਸ ਨੇ, ਤੁਸੀਂ ਰੀਡ ਕਰ ਸਕਦੇ ਹੋ। ਅੱਗੇ ਹੈਗਾ ਕੁਛ ਬਿੱਲ ਰਾਸ਼ਟਰਪਤੀ ਦੀ ਪੂਰਵ ਅਨੁਮਤੀ ਨਾਲ ਸੰਸਦ ਵਿੱਚ ਪੇਸ਼ ਕੀਤੇ, ਮਤਲਬ ਕਿ ਸਭ ਤੋਂ ਪਹਿਲਾਂ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਫਿਰ ਜਿਹੜੇ ਕਿ ਬਿੱਲ ਸੰਸਦ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਜਿਵੇਂ ਨਵੇਂ ਰਾਜਾਂ ਨੂੰ ਬਣਾਉਣਾ, ਵਰਤਮਾਨ ਰਾਜਾਂ ਦੇ ਨਾਂ, ਹੱਦ ਵਿੱਚ ਤਬਦੀਲੀ ਕਰਨ ਸੰਬੰਧੀ ਇਹ ਬਿੱਲ ਰਾਸ਼ਟਰਪਤੀ ਦੀ ਸਿਫਾਰਿਸ਼ ਦੇ ਬਿਨਾਂ ਸੰਸਦ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ। ਸਭ ਤੋਂ ਪਹਿਲਾਂ ਸੰਸਦ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਅੱਗੇ ਹੈਗਾ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਲੋਕ ਸਭਾ ਦੀ ਮਿਆਦ 5 ਸਾਲ ਆ, ਬਟ ਆਰਟੀਕਲ 85 ਦੇ ਅਧੀਨ ਰਾਸ਼ਟਰਪਤੀ ਨਿਯਮਿਤ ਮਿਆਦ ਤੋਂ ਪਹਿਲਾਂ, ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਲੋਕ ਸਭਾ ਨੂੰ ਭੰਗ ਕਰ ਸਕਦਾ। ਰਾਸ਼ਟਰਪਤੀ ਰਾਜ ਸਭਾ ਨੂੰ ਨਹੀਂ ਤੋੜ ਸਕਦਾ ਕਿਉਂਕਿ ਇਹ ਇੱਕ ਸਥਾਈ ਸਦਨ ਹੈ। ਅਤੇ ਪਰ ਸੰਸਦ ਦੀ ਸ਼ਾਸਨ ਪ੍ਰਣਾਲੀ ਦੇ ਕਾਰਨ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਲੋਕ ਸਭਾ ਨੂੰ ਭੰਗ ਨਹੀਂ ਕਰ ਸਕਦਾ। ਠੀਕ ਹੈ, ਰਾਸ਼ਟਰਪਤੀ ਆਪਣੀ ਇਸ ਸ਼ਕਤੀ ਦਾ ਇਸਤੇਮਾਲ ਪ੍ਰਧਾਨ ਮੰਤਰੀ ਸਲਾਹ ਦੇ ਨਾਲ ਹੀ ਕਰਦਾ। ਅੱਗੇ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ, ਠੀਕ ਹੈ, ਰੀਡ ਕਰ ਸਕਦੇ ਹੋ। ਨੈਕਸਟ ਹੈਗਾ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੁਛ ਜਿਹੜੇ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੁਰੱਖਿਅਤ ਰੱਖੇ ਜਾਂਦੇ ਨੇ। ਹਾਂਜੀ, ਗਵਰਨਰ ਰਾਜ ਵਿਧਾਨ ਮੰਡਲ ਦੁਆਰਾ ਜਿਹੜੇ ਕਿ ਪਾਸ ਕੀਤੇ ਗਏ ਕੁਛ ਬਿੱਲਾਂ ਨੂੰ ਜਿਨ੍ਹਾਂ ਦਾ ਉਦੇਸ਼ ਨਿੱਜੀ ਸੰਪੱਤੀ ਦੀ ਜ਼ਰੂਰੀ ਜ਼ਬਤੀ ਹੋਵੇ ਤਾਂ ਹਾਈ ਕੋਰਟ ਦੀਆਂ ਸ਼ਕਤੀਆਂ ਨੂੰ ਘੱਟ ਕਰਨਾ ਹੋਵੇ, ਜਾਂ ਸੰਸਦ ਦੁਆਰਾ ਐਲਾਨ ਕੀਤੀਆਂ ਗਈਆਂ ਜ਼ਰੂਰੀ ਵਸਤੂਆਂ ਦੇ ਖਰੀਦ ਵਿੱਚ ਟੈਕਸ ਲਗਾਉਣਾ ਹੋਵੇ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੁਰੱਖਿਅਤ ਰੱਖ ਸਕਦਾ।
ਤੇ ਰਾਸ਼ਟਰਪਤੀ ਇਹੋ ਜਿਹੇ ਬਿੱਲਾਂ ਨੂੰ ਮਨਜ਼ੂਰੀ ਦੇ ਸਕਦਾ। ਠੀਕ ਹੈ, ਅੱਗੇ ਐਗਜ਼ਾਮਪਲ ਦੇ ਰੱਖੇ ਨੇ। ਆਰਡੀਨੈਂਸ ਜਾਰੀ ਕਰਨਾ, ਜਦ ਸੰਸਦ ਦਾ ਇਜਲਾਸ ਨਾ ਹੋ ਰਿਹਾ ਹੋਵੇ ਤਾਂ ਇਸ ਹਾਲਤ ਦੇ ਵਿੱਚ ਮਜਬੂਰ ਕਰਦੇ ਹੋਣ, ਠੀਕ ਹੈ, ਇਸ ਗੱਲ ਨੂੰ ਮਜਬੂਰ ਕਰਦੇ ਹੋਣ ਤਾਂ ਰਾਸ਼ਟਰਪਤੀ ਨੂੰ ਇਸ ਵਾਸਤੇ ਜਿਹੜਾ ਕਿ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੈਗਾ ਵੀ ਜੇ ਸੰਸਦ ਦਾ ਇਜਲਾਸ ਨਾ ਹੋ ਰਿਹਾ ਹੋਵੇ ਤਾਂ ਇਸ ਹਾਲਤ ਦੇ ਵਿੱਚ ਰਾਸ਼ਟਰਪਤੀ ਜਿਹੜੇ ਕਿ ਆਰਡੀਨੈਂਸ ਜਾਰੀ ਕਰ ਸਕਦਾ। ਅਤੇ ਇਹ ਕਹਿ ਦੇਣਾ ਜ਼ਰੂਰੀ ਹੈ ਕਿ ਇਸ ਗੱਲ ਦਾ ਫੈਸਲਾ ਹਾਲਾਤ ਮਜਬੂਰ ਕਰਨ ਵਾਲੇ ਜਾਂ ਨਹੀਂ ਰਾਸ਼ਟਰਪਤੀ ਦਾ ਹੀ ਕੰਮ ਹੁੰਦਾ। ਠੀਕ ਹੈ, ਤਾਂ ਕਿਸੇ ਅਦਾਲਤ ਨੂੰ ਇਸ ਬਾਰੇ ਪੁੱਛ ਪੜਤਾਲ ਕਰਨ ਦਾ ਅਧਿਕਾਰ ਨਹੀਂ। ਬਸ ਤੁਸੀਂ ਇਹ ਛੱਡ ਸਕਦੇ, ਬਸ ਤੁਸੀਂ ਇੰਨਾ ਕਹਿ ਸਕਦੇ ਕਿ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੁੰਦਾ। ਠੀਕ ਹੈ, ਜੇ ਸੰਸਦ ਦਾ ਇਜਲਾਸ ਨਾ ਹੋ ਰਿਹਾ ਹੋਵੇ ਅਤੇ ਸੰਸਦ ਦਾ ਇਜਲਾਸ ਜੇ ਸ਼ੁਰੂ ਹੋ ਜਾਵੇ ਅਤੇ ਇਹ ਅਧਿਆਦੇਸ਼ ਉਸ ਬਿੱਲ ਅਤੇ ਪ੍ਰਭਾਵ ਦੇ ਨਾਲ ਲਾਗੂ ਹੁੰਦੇ ਨੇ ਜਦੋਂ ਤੱਕ ਸੰਸਦ ਰਾਹੀਂ ਬਣਾਏ ਗਏ ਅਧਿਨਿਯਮ ਹੁੰਦੇ ਨੇ, ਜਿਵੇਂ, ਠੀਕ ਹੈ, ਜਿਸ ਤਰ੍ਹਾਂ। ਅਤੇ ਪਰੰਤੂ ਸੰਸਦ ਦਾ ਇਜਲਾਸ ਸ਼ੁਰੂ ਹੁੰਦੇ ਹੀ ਫਿਰ ਇਹ ਜਿਹੜੇ ਕਿ ਉਸ ਦੇ ਸਾਹਮਣੇ ਰੱਖੇ ਜਾਣੇ ਜ਼ਰੂਰੀ ਹੁੰਦੇ ਨੇ ਅਤੇ ਇਜਲਾਸ ਸ਼ੁਰੂ ਹੋਣ ਦੀ ਮਿਤੀ ਤੋਂ 6 ਹਫ਼ਤੇ ਦੇ ਅੰਦਰ ਅੰਦਰ ਸੰਸਦ ਉਹਨਾਂ ਲਈ ਆਪਣੀ ਮਨਜ਼ੂਰੀ ਨਾ ਦੇਵੇ ਤਾਂ ਆਰਡੀਨੈਂਸ ਖਤਮ ਹੋ ਜਾਊਗਾ। ਠੀਕ ਹੈ, ਅੱਗੇ ਅਸੀਂ ਇਹਨਾਂ ਨੂੰ ਰੀਡ ਕਰ ਲੈਣਾ ਜਸਟ ਇੱਕ ਵਾਰ। ਸੰਦੇਸ਼ ਭੇਜਣ ਦਾ ਅਧਿਕਾਰ ਹੈ। ਰਾਸ਼ਟਰਪਤੀ ਸੰਸਦ ਦੇ ਕਿਸੇ ਵੀ ਸਦਨ ਦੇ ਨੂੰ ਸੰਦੇਸ਼ ਭੇਜ ਸਕਦਾ ਅਤੇ ਜਿਸ ਸਦਨ ਨੂੰ ਰਾਸ਼ਟਰਪਤੀ ਦੁਆਰਾ ਸੰਦੇਸ਼ ਭੇਜਿਆ ਜਾਵੇ ਉਹ ਛੇਤੀ ਹੀ ਸੰਦੇਸ਼ 'ਤੇ ਵਿਚਾਰ ਕਰਦਾ ਅਤੇ ਸੰਦੇਸ਼ ਅਜਿਹੇ ਬਿੱਲਾਂ ਦੇ ਨਾਲ ਜਾਂ ਤਾਂ ਸੰਸਦ ਦੇ ਸਮਝ ਵਿਚਾਰ ਅਧੀਨ ਹੋਵੇ ਜੋ ਮਹੱਤਵਪੂਰਨ ਹੋਵੇ ਭੇਜਿਆ ਜਾਂਦਾ। ਜੇਕਰ ਕਿਸੇ ਵਿਧੀ ਬਿੱਲ ਦੇ ਸੰਖੇਪ ਦੇ ਵਿੱਚ ਰਾਸ਼ਟਰਪਤੀ ਆਪਣੇ ਵਿਚਾਰ ਦੇਣੇ ਜ਼ਰੂਰੀ ਸਮਝਦਾ ਤਾਂ ਮੰਤਰੀ ਨੂੰ ਉਹ ਵਿਚਾਰ ਦੱਸ ਸਕਦਾ। ਜੇਕਰ ਉਹ ਸੰਸਦ ਨੂੰ ਬਿਨਾਂ ਮੰਤਰੀਆਂ ਦੀ ਸਲਾਹ ਦੇ ਸੰਦੇਸ਼ ਭੇਜਦਾ ਤਾਂ ਇਸ ਨੂੰ ਸੰਵਿਧਾਨਿਕ ਪਰੰਪਰਾ ਦਾ ਉਲੰਘਣਾ ਸਮਝਿਆ ਜਾਊਗਾ। ਰਾਸ਼ਟਰਪਤੀ ਨੂੰ ਇਹ ਸ਼ਕਤੀ ਪ੍ਰਾਪਤ ਹੈ ਕਿ ਸਰਵਜਨਕ ਅਧਿਸੂਚਨਾ ਦੁਆਰਾ ਨਿਰਦੇਸ਼ ਦੇਵੇ ਕਿ ਫਲਾਣੀ ਤਰੀਕ ਤੋਂ ਕੋਈ ਸੰਘੀ ਜਾਂ ਰਾਜ ਕਾਨੂੰਨ ਕਿਸੇ ਮੁੱਖ ਬੰਦਰਗਾਹ ਜਾਂ ਹਵਾਈ ਅੱਡੇ 'ਤੇ ਲਾਗੂ ਹੋਵੇ। 44 ਅਮੈਂਡਮੈਂਟ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਕਿ ਜੇ ਸਵਾਲ ਪੈਦਾ ਹੋਵੇ ਤਾਂ ਕਿ ਕਿਸੇ ਸਦਨ ਦਾ ਕੋਈ ਮੈਂਬਰ ਅਨੁਛੇਦ 102 ਦੇ ਹੇਠ ਅਯੋਗ ਹੋ ਗਿਆ ਹੋਵੇ ਤਾਂ ਉਹਦਾ ਫੈਸਲਾ ਰਾਸ਼ਟਰਪਤੀ ਕਰੂਗਾ ਅਤੇ ਰਾਸ਼ਟਰਪਤੀ ਦਾ ਫੈਸਲਾ ਆਖਰੀ ਹੋਊਗਾ। ਪਰ ਰਾਸ਼ਟਰਪਤੀ ਆਪਣਾ ਫੈਸਲਾ ਦੇਣ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸਲਾਹ ਜ਼ਰੂਰ ਲੈਂਦਾ, ਉਹਦੇ ਅਨੁਸਾਰ ਹੀ ਕੰਮ ਕਰੂਗਾ। ਨੈਕਸਟ, ਹਾਂਜੀ, ਵਿੱਤੀ ਸ਼ਕਤੀਆਂ। ਕੋਈ ਵੀ ਬਿੱਲ ਵਿੱਤੀ ਬਿੱਲ ਦੀ ਰਾਸ਼ਟਰਪਤੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਲੋਕ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਹਰ ਸਾਲ ਦੇ ਸ਼ੁਰੂ ਦੇ ਵਿੱਚ ਆਉਣ ਵਾਲੇ ਸਾਲ ਦਾ ਅਨੁਮਾਨਿਤ ਖਰਚ ਅਤੇ ਆਮਦਨ ਦਾ ਖਰਚ ਰਾਸ਼ਟਰਪਤੀ ਸੰਸਦ ਦੇ ਵਿੱਚ ਪੇਸ਼ ਕਰਵਾਉਂਦਾ ਅਤੇ ਰਾਸ਼ਟਰਪਤੀ ਆਮਦਨ ਟੈਕਸ ਰਾਹੀਂ ਪ੍ਰਾਪਤ ਕੀਤਾ ਧਨ, ਠੀਕ ਹੈ, ਸੰਘ ਅਤੇ ਰਾਜ ਸਰਕਾਰਾਂ ਵਿਚਕਾਰ ਵੰਡਦਾ ਅਤੇ ਅਸਾਮ, ਪੱਛਮੀ ਬੰਗਾਲ ਅਤੇ ਉੜੀਸਾ ਦੇ ਰਾਜਾਂ ਵਿੱਚ ਪਟਸਨ ਨਿਰਯਾਤ ਟੈਕਸ, ਐਕਸਪੋਰਟ ਡਿਊਟੀ ਦੁਆਰਾ ਪ੍ਰਾਪਤ ਕੀਤਾ ਧਨ ਇਹਨਾਂ ਰਾਜਾਂ ਅਤੇ ਸੰਘਾਂ ਵਿਚਕਾਰ ਵੰਡਦਾ। ਭਾਰਤ ਦੇ ਅਚਨਚੇਤ ਫੰਡ ਉੱਤੇ ਰਾਸ਼ਟਰਪਤੀ ਦਾ ਪੂਰਾ ਨਿਯੰਤਰਣ ਹੁੰਦਾ ਅਤੇ ਉਹ ਇਸ ਫੰਡ ਨੂੰ ਆਪਣੀ ਸਲਾਹ ਅਨੁਸਾਰ ਖਰਚ ਕਰਦਾ। ਵਿੱਤ ਸੰਬੰਧੀ ਮਾਮਲਿਆਂ ਵਿੱਚ ਸਲਾਹ ਲੈਣ ਲਈ ਰਾਸ਼ਟਰਪਤੀ ਵਿੱਤ ਕਮਿਸ਼ਨ ਨਿਯੁਕਤ ਕਰਦਾ। ਠੀਕ ਹੈ, ਨਿਆਇਕ ਸ਼ਕਤੀਆਂ। ਹਾਂਜੀ, ਰਾਸ਼ਟਰਪਤੀ ਅਦਾਲਤ ਦੇ ਵੱਲੋਂ ਦੰਡਿਤ ਲੋਕਾਂ ਦੀ ਸਜ਼ਾ ਨੂੰ ਘਟਾ ਸਕਦਾ, ਮੁਅੱਤਲ ਕਰ ਸਕਦਾ, ਜੇ ਚਾਹੇ ਤਾਂ ਮਾਫ਼ ਵੀ ਕਰ ਸਕਦਾ ਅਤੇ ਇਸ ਸ਼ਕਤੀ ਦੀ ਵਰਤੋਂ ਤਾਂ ਕਰਦਾ ਜੇਕਰ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਹੋਵੇ, ਉਸ ਨੂੰ ਸੰਘੀ ਕਾਨੂੰਨ ਬਣਾਉਣ ਦੀ ਉਲੰਘਣਾ ਕਾਰਨ ਸਜ਼ਾ ਦਿੱਤੀ ਗਈ ਹੋਵੇ, ਉਹਨੂੰ ਕਿਸੇ ਸੈਨਿਕ ਅਦਾਲਤ ਨੇ ਸਜ਼ਾ ਦਿੱਤੀ ਹੋਵੇ ਅਤੇ ਰਾਸ਼ਟਰਪਤੀ ਕੇਵਲ ਸਜ਼ਾ ਨੂੰ ਘਟਾ ਜਾਂ ਮਾਫ਼ ਕਰ ਸਕਦਾ, ਉਹਨੂੰ ਵਧਾ ਨਹੀਂ ਸਕਦਾ। ਠੀਕ ਹੈ, ਜਾਂ ਤਾਂ ਮਾਫ਼ ਕਰੂਗਾ ਜਾਂ ਘਟਾਊਗਾ, ਵਧਾ ਨਹੀਂ ਸਕਦਾ। ਸੰਕਟਕਾਲੀ ਸ਼ਕਤੀਆਂ। ਹਾਂਜੀ, ਐਮਰਜੈਂਸੀ ਪਾਵਰਸ ਨੇ ਜਿਹੜੇ 3। ਰਾਸ਼ਟਰਪਤੀ ਦੇਸ਼ ਦੇ ਵਿੱਚ ਸੰਕਟਕਾਲੀ ਘੋਸ਼ਣਾ ਲਾਗੂ ਕਰਦਾ। ਇਹ ਘੋਸ਼ਣਾ ਤਾਂ ਹੀ ਕਰੂਗਾ ਜੇਕਰ ਦੇਸ਼ ਨੂੰ ਯੁੱਧ, ਬਾਹਰਲੇ ਹਮਲੇ ਜਾਂ ਅੰਦਰੂਨੀ ਹਥਿਆਰਬੰਦ ਵਿਦਰੋਹ ਦੇ ਕਾਰਨ ਖਤਰਾ ਹੋਵੇ। ਠੀਕ ਹੈ, ਤਾਂ ਰਾਸ਼ਟਰਪਤੀ ਆਪਣੇ ਆਪ ਇਸ ਤਰ੍ਹਾਂ ਦੀ ਘੋਸ਼ਣਾ ਲਾਗੂ ਨਹੀਂ ਕਰ ਸਕਦਾ ਅਤੇ ਰਾਸ਼ਟਰਪਤੀ ਜੇ ਘੋਸ਼ਣਾ ਤਾਂ ਹੀ ਜਾਰੀ ਕਰੂਗਾ ਜੇਕਰ ਇਸ ਐਵੇਂ ਦਾ ਕਰਨ ਲਈ ਮੰਤਰੀ ਮੰਡਲ, ਕੈਬਨਿਟ ਆਪਣਾ ਨਿਰਣਾ ਰਿਟਨ ਰੂਪ ਦੇ ਵਿੱਚ ਰਾਸ਼ਟਰਪਤੀ ਨੂੰ ਦਿੰਦੀ ਹੈ। ਠੀਕ ਹੈ, ਫਿਰ ਇਹ ਚੀਜ਼ ਦੇਸ਼ ਦੇ ਵਿੱਚ ਸੰਕਟਕਾਲੀ ਘੋਸ਼ਣਾ ਲਾਗੂ ਹੋ ਸਕਦੀ ਹੈ। ਅਤੇ ਜੇਕਰ ਕਿਸੇ ਰਾਜ ਦੀ ਸਰਕਾਰ, ਸਟੇਟ ਦੀ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਤਾਂ ਰਾਸ਼ਟਰਪਤੀ ਉਸ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦਾ। ਅਤੇ ਜੇਕਰ ਦੇਸ਼ ਦੀ ਵਿੱਤੀ ਆਰਥਿਕ ਅਸਥਿਰਤਾ ਨੂੰ ਖਤਰਾ ਹੋਵੇ, ਮਾਲੀਆ ਸੰਕਟ ਦਾ ਐਲਾਨ ਕਰ ਸਕਦਾ ਰਾਸ਼ਟਰਪਤੀ। ਤਾਂ ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਗਏ ਸੰਕਟਕਾਲੀ ਘੋਸ਼ਣਾ ਨਿਸ਼ਚਿਤ ਸਮੇਂ ਦੇ ਅਨੁਸਾਰ ਸੰਸਦ ਕੋਲੋਂ ਪ੍ਰਵਾਨ ਹੋਣੀਆਂ ਜ਼ਰੂਰੀ ਹੁੰਦੀਆਂ ਨੇ। ਅਤੇ ਆਰਟੀਕਲ ਕਿਹੜੇ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ। ਜਿਹੜਾ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰਨੀ ਉਹ 352 ਆਰਟੀਕਲ ਦੇ ਅਨੁਸਾਰ, ਅਤੇ ਜੇ ਰਾਜ ਦੇ ਵਿੱਚ, ਸਟੇਟ ਦੇ ਵਿੱਚ ਸੰਵਿਧਾਨ ਮਤਲਬ ਕਿ ਉੱਥੋਂ ਜੇ ਸਰਕਾਰ ਵਧੀਆ ਕੰਮ ਨਹੀਂ ਕਰ ਰਹੀ ਤਾਂ ਉੱਥੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ 356 ਆਰਟੀਕਲ ਦੇ ਵਿੱਚ, ਅਤੇ ਵਿੱਤੀ ਸੰਕਟ 360 ਆਰਟੀਕਲ ਦੇ ਅਧੀਨ।
ਸੋ ਇਹ ਸੀ ਤੁਹਾਡਾ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਤੇ ਉਹਦੀਆਂ ਐਮਰਜੈਂਸੀ ਪਾਵਰਸ ਆਪਾਂ ਅਲੱਗ ਵੀਡੀਓ ਬਣਾਵਾਂਗੇ। ਥੈਂਕਸ। ਅਤੇ ਐਂਡ ਦੇ ਵਿੱਚ ਸਿੱਟਾ ਜ਼ਰੂਰ ਕੱਢਣਾ ਹੁੰਦਾ, ਪੋਲੀਟੀਕਲ ਸਾਇੰਸ, ਹਿਸਟਰੀ, ਠੀਕ ਹੈ, ਸੋਸ਼ੋਲੋਜੀ, ਇਹ ਵਾਲੇ ਸਬਜੈਕਟਸ ਦੇ ਵਿੱਚ ਸਟਾਰਟਿੰਗ 'ਚ ਜਾਣ ਪਛਾਣ, ਫਿਰ ਸਿੱਟਾ। ਪੁਆਇੰਟਸ ਅੰਡਰਲਾਈਨ ਕਰਨੇ ਹੁੰਦੇ ਨੇ, ਹੈਡਿੰਗਸ, ਅਤੇ ਕਿੱਦਾਂ ਕੁਐਸਚਨ ਕਰੇ ਜਾਂਦੇ ਨੇ ਲੌਂਗ ਕੁਐਸਚਨ, ਉਹ ਇੱਕ ਅਲੱਗ ਵੀਡੀਓ ਬਣਾਈ ਹੋਈ ਹੈ, ਤੁਸੀਂ ਵਾਚ ਕਰ ਸਕਦੇ ਹੋ ਚੈਨਲ 'ਤੇ।